ਦੋਸਤੋ, ਮੈਂ ਤੁਹਾਡਾ ਆਪਣਾ ਵਿਨੋਦ ਫਕੀਰਾ YouTube ਚੈਨਲ 'ਤੇ ਅੱਜ ਇੱਕ ਨਵੀਂ ਕਹਾਣੀ ਲੈ ਕੇ ਪੇਸ਼ ਹੋਇਆ ਹਾਂ ਜੀ। ਪਤਨੀ ਦੀ ਬੇਵਫਾਈ ਨੇ ਕੀਤਾ ਪਤੀ ਨੂੰ ਸਦਾਈ। ਰਮੇਸ਼, ਜੋ ਮੇਰਾ ਚੰਗਾ ਦੋਸਤ ਹੋਣ ਦੇ ਨਾਲ ਸਕੇ ਭਰਾਵਾਂ ਵਾਂਗ ਸਾਡਾ ਮਿਲਵਰਤਨ ਸਦਾ ਹੀ ਰਿਹਾ ਸੀ। ਆਪਸੀ ਹਰੇਕ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਸਹਾਈ ਹੁੰਦੇ ਸਦਾ ਹੀ ਆ ਰਹੇ ਸਾਂ। ਪਰ ਮੈਂ ਕਈ ਦਿਨਾਂ ਤੋਂ ਵੇਖ ਰਿਹਾ ਸਾਂ ਕਿ ਰਮੇਸ਼ ਦੇ ਚਿਹਰੇ 'ਤੇ ਪਹਿਲਾਂ ਵਾਲੀ ਰੌਣਕ ਨਹੀਂ ਸੀ ਅਤੇ ਨਾ ਹੀ ਉਹ ਪਹਿਲਾਂ ਦੀ ਤਰ੍ਹਾਂ ਹੁਣ ਖੁਸ਼ਮਿਜ਼ਾਜੀ ਨਾਲ ਕੋਈ ਗੱਲਬਾਤ ਕਰਦਾ ਸੀ। ਮੈਂ ਕਈ ਵਾਰ ਉਸ ਨੂੰ ਇਸ ਚੁੱਪੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਣ ਤੋਂ ਆਨਾਕਾਨੀ ਕਰ ਛੱਡਣੀ, ਪਰ ਮੇਰੇ ਦਿਲ ਨੂੰ ਸਦਾ ਹੀ ਇਸ ਗੱਲ ਦੀ ਚਿੰਤਾ ਰਹੀ। ਮੇਰੇ ਜ਼ਿਹਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਰਹਿੰਦੇ ਸਨ ਕਿ ਬੱਚਿਆਂ ਵੱਲੋਂ ਵੀ ਸੁਖੀ ਹੈ, ਉਸ ਦੇ ਲੜਕੇ ਦਾ ਕਾਰੋਬਾਰ ਚੰਗਾ ਚੱਲਦਾ ਸੀ, ਪਰ ਦੁੱਖ ਕਿਸ ਗੱਲ ਦਾ ਹੈ ਜੋ ਉਸ ਦੇ ਜ਼ਿਆਦਾ ਸਮੇਂ ਚੁੱਪ ਰਹਿਣ ਬਾਰੇ ਮੇਰੀ ਗੱਲ ਸਮਝ ਵਿੱਚ ਨਹੀਂ ਸੀ ਆ ਰਹੀ। ਕੁਝ ਦਿਨ ਬੀਤਣ ਬਾਅਦ ਰਮੇਸ਼ ਦੇ ਬੇਟੇ ਦਾ ਰਾਤ ਸਮੇਂ ਫੋਨ ਆਇਆ ਕਿ ਅੰਕਲ ਜੀ ਜਲਦੀ ਆਵੋ, ਡੈਡੀ ਸੁਰਤ ਨਹੀਂ ਸੰਭਾਲ ਰਹੇ, ਪਤਾ ਨਹੀਂ ਕੀ ਹੋਇਆ ਹੈ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਂ ਜਲਦੀ ਨਾਲ ਉੱਠ ਕੇ ਰਮੇਸ਼ ਦੇ ਘਰ ਪੁੱਜਾ ਤਾਂ ਉਸ ਦਾ ਲੜਕਾ ਤੇ ਰਮੇਸ਼ ਦੀ ਪਤਨੀ ਸਹਿਮੇ ਜਿਹੇ ਕੋਲ ਬੈਠੇ ਸਨ। ਮੈਂ ਵੇਖਿਆ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਬੇਸੁਰਤ ਹੋਇਆ ਪਿਆ ਸੀ। ਹੈਰਾਨੀ ਹੋਰ ਵੀ ਵੱਧ ਗਈ ਕਿ ਉਸ ਨੇ ਅੱਜ ਤੱਕ ਕਦੇ ਵੀ ਕੋਈ ਨਸ਼ਾ ਨਹੀਂ ਸੀ ਕੀਤਾ ਤੇ ਅੱਜ ਇੰਨੀ ਜ਼ਿਆਦਾ ਸ਼ਰਾਬ ਪੀਤੀ ਹੋਣ ਕਰਕੇ ਉਸ ਨੇ ਆਪਣੀ ਹੋਸ਼ ਤੱਕ ਵੀ ਨਹੀਂ ਹੈ। ਉਸ ਦੇ ਬੂਟ ਖੋਲ੍ਹ ਕੇ ਲੰਮਾ ਪਾਇਆ। ਰਾਤ ਕਾਫੀ ਬੀਤਣ ਤੋਂ ਬਾਅਦ ਮੈਂ ਆਪਣੇ ਘਰ ਨੂੰ ਆ ਗਿਆ ਤੇ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ, ਕੋਈ ਗੱਲ ਨਹੀਂ, ਤੁਸੀਂ ਘਬਰਾਓ ਨਾ, ਸਵੇਰੇ ਗੱਲ ਕਰਾਂਗੇ। ਮੁੜ ਘਰ ਵਾਪਸ ਆਉਣ 'ਤੇ ਵੀ ਰਾਤ ਨੂੰ ਮੈਨੂੰ ਨੀਂਦ ਸਾਰੀ ਰਾਤ ਨਾ ਆਈ। ਰਾਤ ਸੋਚਾਂ ਵਿਚਾਰਾਂ ਵਿੱਚ ਹੀ ਲੰਘ ਗਈ। ਸਵੇਰ ਹੁੰਦੇ ਸਾਰ ਹੀ ਮੈਂ ਰਮੇਸ਼ ਦੇ ਘਰ ਗਿਆ। ਉਸ ਨੂੰ ਨਾਲ ਲੈ ਕੇ ਘਰੋਂ ਬਾਹਰ ਇਕਾਂਤ ਵਿੱਚ ਲੈ ਗਿਆ ਤਾਂ ਜੋ ਰਾਤ ਦੇ ਵਾਕਿਆ ਬਾਰੇ ਪੁੱਛਿਆ ਜਾ ਸਕੇ। ਉਸ ਨੇ ਕੁਝ ਸਮਾਂ ਚੁੱਪ ਧਾਰੀ ਰੱਖੀ ਅਤੇ ਮੇਰੇ ਵੱਲੋਂ ਜ਼ੋਰ ਦੇ ਕੇ ਪੁੱਛਣ 'ਤੇ ਲੰਮਾ ਸਾਹ ਲੈਂਦੇ ਹੋਏ ਕਿਹਾ, ਕੀ ਦੱਸਾਂ ਯਾਰ, ਝੱਗਾ ਚੁੱਕਦਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ। ਕਹਿੰਦੇ ਹੋਏ ਨੇ ਆਪਣੀ ਜੇਬ ਵਿੱਚੋਂ ਮੋਬਾਈਲ ਕੱਢ ਕੇ ਫੜਾਉਂਦੇ ਨੇ ਕਿਹਾ, ਇਹ ਮੋਬਾਈਲ ਮੇਰੇ ਘਰਵਾਲੀ ਦਾ ਹੈ, ਇਸ ਦੀ ਰਿਕਾਰਡਿੰਗ ਤੂੰ ਆਪੇ ਹੀ ਇੱਕ ਵਾਰ ਸੁਣ ਲੈ। ਇੱਕ ਪਲ ਲਈ ਤਾਂ ਮੈਨੂੰ ਅਜੀਬ ਜਿਹਾ ਲੱਗਾ, ਇਹ ਕੀ ਕਹਿ ਰਿਹਾ ਹੈ। ਫਿਰ ਵੀ ਮੈਨੂੰ ਉਸ ਦੀ ਬੇਚੈਨੀ ਵੇਖ ਕੇ ਮੇਰੇ ਕੋਲ ਹੋਰ ਕੋਈ ਵੀ ਚਾਰਾ ਨਾ ਰਿਹਾ ਤਾਂ ਮੈਂ ਫੋਨ ਫੜ ਕੇ ਜਦ ਸੁਣਨ ਲੱਗਾ ਤਾਂ ਆਵਾਜ਼ ਆਈ, ਜਾਨ, ਕਿੰਨੇ ਹੀ ਦਿਨ ਹੋ ਗਏ ਨੇ, ਤੂੰ ਆਪਣਾ ਹਸੀਨ ਮੁਖੜਾ ਵੀ ਨਹੀਂ ਵਿਖਾਇਆ। ਇਹ ਤਾਂ ਸ਼ੁਕਰ ਹੈ ਤੇਰੀ ਮਿੱਠੀ ਜਿਹੀ ਆਵਾਜ਼ ਤਾਂ ਸੁਣ ਲੈਂਦੇ ਹਾਂ। ਅੱਗੋਂ ਜਵਾਬ ਸੁਣ ਕੇ ਮੇਰੀ ਜੀਭ ਦੰਦਾਂ ਹੇਠਾਂ ਦੱਬੀ ਰਹਿ ਗਈ। ਕੀ ਕਰਾਂ ਯਾਰ, ਕਈ ਦਿਨਾਂ ਤੋਂ ਤੈਨੂੰ ਤਾਂ ਪਤਾ ਹੀ ਹੈ ਦੀਪੂ ਵੀ ਘਰੇ ਹੀ ਰਹਿੰਦਾ ਹੈ। ਇਸ ਤੋਂ ਵੱਧ ਮੇਰੇ ਤੋਂ ਹੋਰ ਬੋਲ ਸੁਣੇ ਵੀ ਨਹੀਂ ਜਾ ਸਕੇ ਕਿਉਂਕਿ ਆਵਾਜ਼ ਕਿਸੇ ਹੋਰ ਦੀ ਨਹੀਂ ਬਲਕਿ ਰਮੇਸ਼ ਦੀ ਪਤਨੀ ਦੀ ਸੀ। ਮੈਂ ਕੋਈ ਵੀ ਸਵਾਲ ਕਰਨਾ ਮੁਨਾਸਬ ਨਹੀਂ ਸਮਝਿਆ ਤੇ ਰਮੇਸ਼ ਨੇ ਦੱਸਿਆ ਕਿ ਮੇਰੇ ਵੱਲੋਂ ਦਿਨੇ ਕਈ ਵਾਰ ਮੋਬਾਈਲ ਫੋਨ ਕਰਨਾ ਤਾਂ ਇਸ ਦਾ ਫੋਨ ਬਿਜ਼ੀ ਰਹਿੰਦਾ ਸੀ। ਫਿਰ ਕੱਟ ਕੇ ਜਦ ਵਾਪਸ ਕਰਦੀ ਤਾਂ ਆਖ ਦਿੰਦੀ ਮੇਰੀ ਭੈਣ ਦਾ ਜਾਂ ਮੰਮੀ ਦਾ ਅਤੇ ਡੈਡੀ ਦਾ ਫੋਨ ਆਇਆ ਸੀ ਅਤੇ ਗੱਲ ਉਹਨਾਂ ਨਾਲ ਲੰਬੀ ਚੱਲ ਪਈ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਜਦੋਂ ਮੈਂ ਦਰਵਾਜ਼ੇ ਕੋਲ ਪੁੱਜਾ ਤਾਂ ਬੇਟੇ ਨੇ ਕਿਹਾ, ਮੰਮਾ, ਤੁਸੀਂ ਕਿਸ ਨਾਲ ਫੋਨ 'ਤੇ ਚਿੰਬੜੇ ਪਏ ਹੋ। ਤਾਂ ਬੇਟੇ ਦੀ ਆਵਾਜ਼ ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ। ਦਰਵਾਜ਼ਾ ਵੀ ਖੋਲ੍ਹੇ ਬਗੈਰ ਹੀ ਖੜੋ ਗਿਆ ਤਾਂ ਉਸਨੇ ਇੱਕਦਮ ਹੀ ਦੀਪੂ ਨੂੰ ਆਖ ਦਿੱਤਾ ਕਿ ਤੇਰੇ ਪਾਪਾ ਦਾ ਫੋਨ ਆਇਆ ਹੈ। ਮੇਰੀ ਸਮਝ ਤੋਂ ਬਾਹਰ ਦੀ ਗੱਲ ਸੀ। ਫਿਰ ਮੈਂ ਉਸ ਦਾ ਅਸਲ ਰੂਪ ਵੇਖਣ ਲਈ ਫੋਨ ਨੂੰ ਰਿਕਾਰਡਿੰਗ 'ਤੇ
ਲਾ ਕੇ ਆਇਆ ਅਤੇ ਮੈਂ ਥੋੜ੍ਹਾ ਜਲਦੀ ਜਾ ਕੇ ਉਸ ਦਾ ਫੋਨ ਵੇਖਣ ਲੱਗਾ। ਉਸ ਦੇ ਹੋਸ਼ ਉੱਡ ਗਏ। ਘਬਰਾਈ ਹੋਈ ਕਹਿੰਦੀ, ਪਹਿਲਾਂ ਤਾਂ ਤੁਸੀਂ ਮੇਰਾ ਫੋਨ ਕਦੇ ਨਹੀਂ ਵੇਖਿਆ, ਅੱਜ ਕੀ ਗੱਲ ਹੋ ਗਈ? ਆਉਂਦੇ ਸਾਰ ਹੀ ਮੇਰਾ ਮੋਬਾਈਲ ਫੜ ਕੇ ਵੇਖਣ ਲੱਗ ਗਏ ਹੋ। ਤਾਂ ਮੈਂ ਕਿਹਾ, ਅੱਜ ਆਪਣੇ ਭਰੋਸੇ ਨੂੰ ਪਰਖਣਾ ਹੈ। ਉਹੀ ਗੱਲ ਹੋਈ। ਪਲਾਂ ਵਿੱਚ ਹੀ ਸ਼ੱਕ ਯਕੀਨ ਵਿੱਚ ਬਦਲ ਗਿਆ। ਰਮੇਸ਼ ਭਰੇ ਹੋਏ ਮਨ ਨਾਲ ਇੱਕੋ ਸਾਹੇ ਹੀ ਸਭ ਕੁਝ ਬੋਲ ਰਿਹਾ ਸੀ ਅਤੇ ਕਹਿਣ ਲੱਗਾ, ਇਹ ਜੋ ਆਦਮੀ ਦੀ ਆਵਾਜ਼ ਹੈ ਨਾ, ਇਹ ਸਾਡੇ ਹੀ ਮੁਹੱਲੇ ਦਾ ਹੈ। ਹੁਣ ਮੈਂ ਇਸ ਮੁਹੱਲੇ ਵਿੱਚ ਕਿਸ ਤਰ੍ਹਾਂ ਰਹਿ ਸਕਦਾ ਹਾਂ? ਇਸ ਲਈ ਮੈਂ ਮਰ ਜਾਣਾ ਹੈ। ਜਿਸ ਨੂੰ ਮੈਂ ਸਾਰੇ ਸੁੱਖ ਦਿੱਤੇ, ਉਸ ਨੇ ਮੇਰੇ ਨਾਲ ਬੇਵਫਾਈ ਕਰਕੇ ਮੈਨੂੰ ਸਦਾਈ ਬਣਾ ਦਿੱਤਾ। ਹੁਣ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਰਮੇਸ਼ ਨੂੰ ਇੱਕ ਸੱਚਾ ਸਾਥੀ ਹੋਣ ਦੇ ਨਾਤੇ ਉਸ ਨੂੰ ਕੀ ਸਮਝਾਵਾਂ, ਜਦ ਕਿ ਉਸ ਦੀ ਅਸਲ ਜੀਵਨ ਸਾਥਣ ਨੇ ਹੀ ਉਸ ਨੂੰ ਧੋਖਾ ਦੇ ਕੇ ਆਪਣੇ ਖੁਸ਼ਹਾਲ ਜੀਵਨ ਨੂੰ ਬਰਬਾਦ ਕਰ ਲਿਆ। ਪਤਾ ਨਹੀਂ ਰਮੇਸ਼ ਜਿਹੇ ਨੇਕ ਦਿਲ ਇਨਸਾਨ ਤੋਂ ਵੱਧ ਪਿਆਰ ਕਰਨ ਵਾਲਾ ਉਸ ਦੀ ਨਜ਼ਰ ਵਿੱਚ ਕੌਣ ਆ ਗਿਆ, ਜਿਸ ਕਰਕੇ ਉਸ ਵੱਲੋਂ ਆਪਣੇ ਹੱਸਦੇ ਵਸਦੇ ਘਰ ਦੀਆਂ ਖੁਸ਼ੀਆਂ ਨੂੰ ਪਲਾਂ ਵਿੱਚ ਹੀ ਅਗਨ ਭੇਟ ਕਰ ਦਿੱਤਾ। ਅਤੇ ਨਾ ਹੁਣ ਉਹ ਰਮੇਸ਼ ਨੂੰ ਮਨਾਉਣ ਦੀ ਹਿੰਮਤ ਰੱਖਦੀ ਸੀ ਅਤੇ ਨਾ ਹੀ ਰਮੇਸ਼ ਉਸ ਦੀ ਗੱਲ 'ਤੇ ਰਤਾ ਭਰ ਯਕੀਨ ਕਰਨ ਨੂੰ ਤਿਆਰ ਸੀ। ਉਸ ਤੋਂ ਬਾਅਦ ਰਮੇਸ਼ ਮੁੜ ਕੇ ਕਦੇ ਆਪਣੇ ਘਰ ਵਾਪਸ ਨਹੀਂ ਗਿਆ ਅਤੇ ਜਦ ਕਿਤੇ ਬਾਹਲਾ ਹੀ ਇਕੱਲਾ ਮਹਿਸੂਸ ਕਰਦਾ ਤਾਂ ਮੇਰੇ ਕੋਲ ਆ ਜਾਂਦਾ, ਪਰ ਨਾ ਪਹਿਲਾਂ ਵਾਲੀਆਂ ਗੱਲਾਂ ਅਤੇ ਨਾ ਚਿਹਰੇ 'ਤੇ ਪਹਿਲੇ ਵਾਲਾ ਹਾਸਾ। ਜੇ ਕੋਈ ਗੱਲ ਕਰਦੇ ਤਾਂ ਬਨਾਉਟੀ ਜਿਹਾ ਹਾਸਾ ਹੱਸ ਕੇ ਗੱਲ ਟਾਲ ਦਿੰਦਾ ਅਤੇ ਮੇਰੀਆਂ ਅੱਖਾਂ ਸਾਹਮਣੇ ਹੀ ਇੱਕ ਸੱਚੇ ਅਤੇ ਨੇਕ ਦਿਲ ਇਨਸਾਨੀ ਰੂਹ ਦੀ ਹੋਈ ਮੌਤ ਨੂੰ ਵੇਖ ਕੇ ਹਿਰਦਾ ਬਰੁੰਦਰਿਆ ਜਿਹਾ ਗਿਆ। ਧੰਨਵਾਦ ਜੀ। ਜੇ ਕਹਾਣੀ ਚੰਗੀ ਲੱਗੇ ਤਾਂ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰਨਾ। ਤੁਹਾਡਾ ਵਿਨੋਦ ਫਕੀਰਾ।